ਕੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਕਰੋ ਕਿਰਪਾ ਜੀ। ਵਾਹਿਗੁਰੂ 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 ਸਜਣਾ। ਹਉ ਖੜੀ ਨਿਹਾਲੀ ਪੰਧ, ਮਤ ਮੂੰ ਸੱਜਣ ਆਵੇ, ਕੋ ਆਣ ਮਿਲਾਵੇ ਅੱਜ, ਮੈਂ ਫਿਰ ਮੇਲ ਮਿਲਾਵੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਕੱਦਸ ਪਵਿੱਤਰ ਹਜ਼ੂਰੀ ਵਿੱਚ ਸ਼ੋਭਨੀਕ ਗੁਰੂ ਰੂਪ ਸਾਧ ਸੰਗਤ ਜੀਓ, ਜਿਸ ਸ਼ਿੱਦਤ ਨਾਲ, ਜਿਸ ਤਰਲੇ ਨਾਲ ਸਤਿਗੁਰੂ ਜੀ ਉਸ ਸਾਜਨ ਨੂੰ ਆਵਾਜ਼ ਮਾਰ ਰਹੇ ਨੇ, ਬਾਣੀ ਪੜ੍ਹਨ ਦਾ ਸਾਨੂੰ ਅਭਿਆਸ ਰੋਜ਼ ਦਾ ਕਰਨ ਦਾ ਇਹੋ ਹੁਕਮ ਹੈ ਕਿ ਅਸੀਂ ਉਸ ਡੂੰਘਾਈ ਤੱਕ ਜਾ ਕੇ, ਉਸ ਤਲ ਤੱਕ ਜਾ ਕੇ ਆਪਣੇ ਮਨ ਦੀ ਹੂਕ ਉਸ ਸਾਜਣ ਤੱਕ ਪਹੁੰਚਾ ਸਕੀਏ। ਪਰੇਸ਼ਾਨੀਆਂ ਦਾ, ਤਕਲੀਫਾਂ ਦਾ, ਦੁੱਖਾਂ ਦਾ ਕਾਰਨ ਹੀ ਇਹ ਹੈ, ਜਦੋਂ ਕੋਈ ਧੁਰੇ ਨਾਲੋਂ ਟੁੱਟ ਜਾਂਦਾ ਹੈ, ਉਹਦਾ ਫਿਰ ਜਿਹੜਾ ਜੀਵਨ ਹੈ ਉਹ ਨਿਰੰਤਰ ਨਹੀਂ ਰਹਿੰਦਾ। ਕਿਸੇ ਚੀਜ਼ ਨੂੰ ਵੀ ਤੁਸੀਂ ਵੇਖ ਲਓ, ਆਹ ਮਾਈਕ ਹੈ ਜਿਸ ਵਿੱਚ ਅਸੀਂ ਬੋਲ ਰਹੇ ਹਾਂ, ਪੱਖੇ ਲੱਗੇ ਹੋਏ ਨੇ,
ਲਾਈਟ ਜਗਦੀ ਪਈ ਹੈ। ਇਹ ਤਾਂ ਕਾਰਗਰ ਹਨ ਜੇ ਇਹਨਾਂ ਦਾ ਕਿਤੇ ਨਾ ਕਿਤੇ ਕਨੈਕਸ਼ਨ ਜੁੜਿਆ ਹੋਇਆ ਹੈ, ਇੱਕ ਪਾਵਰ ਨਾਲ, ਇੱਕ ਹਸਤੀ ਨਾਲ, ਇੱਕ ਹੋਂਦ ਨਾਲ। ਜਿੰਨੀ ਦੇਰ ਤੱਕ ਕੋਈ ਜੁੜਿਆ ਹੋਇਆ ਹੈ ਉਨੀ ਦੇਰ ਤੱਕ ਉਹ ਚੱਲ ਸਕਦਾ ਹੈ। ਉਹਦੇ ਤੋਂ ਬਗੈਰ, ਉਹਦੀ ਮਿਹਰ ਤੋਂ, ਉਹਦੀ ਬਖਸ਼ਿਸ਼ ਤੋਂ ਬਗੈਰ ਜੀਵਨ ਨਹੀਂ ਰਹਿੰਦਾ। ਮਨੁੱਖ ਬੁੱਤ ਬਣ ਜਾਂਦਾ ਹੈ, ਨੱਚਦਾ ਫਿਰਦਾ ਹੈ, ਟੱਪਦਾ ਫਿਰਦਾ ਹੈ, ਪਰ ਕੋਈ ਮੰਜ਼ਿਲ, ਕੋਈ ਉਹਦਾ ਟਾਰਗੇਟ ਨਹੀਂ ਹੈ। ਪਰ ਜਦੋਂ ਧੁਰੇ ਨਾਲ ਜੁੜਿਆ ਹੋਵੇ ਫਿਰ ਉਹਦਾ ਮਕਸਦ ਹੈ। ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਬਹੁਤ ਥਾਈਂ, ਬਿਨਾਂ ਸ਼ੱਕ ਮਨੁੱਖਤਾ, ਇਹ ਸੰਸਾਰ ਗਿਣਤੀ ਵਿੱਚ ਭਰਪੂਰ ਹੈ, ਪਰ ਇਸ ਭਰਪੂਰ ਭਰੇ ਹੋਏ ਸੰਸਾਰ ਵਿੱਚ ਜਿੰਦਾ ਕੋਈ ਹੈ। ਜੇ ਜੀਵਨ ਨਹੀਂ ਤੇ ਜੀਵਨ ਕਿਸ ਰਾਹੀਂ, ਕਿਸ ਦੀ ਕਿਰਪਾ ਦੇ ਨਾਲ ਜੀਵਿਆ ਜਾ ਸਕਦਾ ਹੈ। ਸਤਿਗੁਰੂ ਜੀ ਦੇ ਪਾਵਨ ਬੋਲ ਤੁਸੀਂ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਉ। ਉਹਦਾ ਵਿਸਰ ਜਾਣਾ ਹੀ, ਉਹਦਾ ਭੁੱਲ ਜਾਣਾ ਹੀ ਮੌਤ ਹੈ। ਔਰ ਇਸ ਮੌਤ ਤੋਂ ਬਚਣ ਵਾਸਤੇ ਉਸ ਸਾਜਨ ਨੂੰ ਆਵਾਜ਼ ਮਾਰਨੀ ਪੈਣੀ ਹੈ ਕਿ ਆ ਮੇਰੇ ਸਾਜਨ, ਮੈਂ ਤੇਰੇ ਦੀਦਾਰ ਕਰਾਂ, ਤੇਰੇ ਦਰਸ਼ਨਾਂ ਦੀ ਤਾਂਘ ਹੈ। ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜਾ ਖੜੀ ਤੱਕਾਂ। ਇਹ ਵੀ ਬੜੀ ਕਮਾਲ ਦੀ ਸਾਧ ਸੰਗਤ ਜੀ ਬਾਣੀ ਦੇ ਅਰਥ ਖੋਲਣ ਲੱਗੀਏ ਤੇ ਅਗਾਂਹ ਤੋਂ ਅਗਾਂਹ ਸਾਨੂੰ ਜਾਣਾ ਪੈਂਦਾ ਹੈ। ਸਾਜਨ ਨੂੰ ਆਵਾਜ਼ ਮਾਰਨ ਵਾਸਤੇ ਵੀ ਆਪਣੇ ਘਰ ਵਿੱਚ ਪਹਿਲਾਂ ਆਉਣਾ ਜ਼ਰੂਰੀ ਹੈ। ਆਪਣੇ ਨਿਜ ਘਰ ਵਿੱਚ ਆ ਕੇ ਟਿਕ ਕੇ ਉਸ ਸਾਜਨ ਨੂੰ ਸੱਦ ਮਾਰਨੀ। ਹੁਣ ਘਰ ਵਿੱਚ ਤੇ ਆਇਆ ਨਹੀਂ, ਬਾਵਰਿਆਂ ਵਾਂਗੂ ਜੇ ਚੀਕਾਂ ਮਾਰਦਾ ਫਿਰੇਗਾ, ਬੁਲਾਉਂਦਾ ਫਿਰੇਗਾ ਤੇ ਸਾਜਨ ਪੁੱਛੇਗਾ ਕਿ ਆਣਾ ਕਿੱਥੇ ਹੈ। ਪਹਿਲਾਂ ਉਹ ਘਰ ਆਪਣਾ ਬਣਾਉਣਾ ਪਏਗਾ, ਨਿਜ ਘਰ ਵਿੱਚ ਆ ਕੇ ਵਸਣਾ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਸਾਨੂੰ ਬਖਸ਼ਿਸ਼ ਕਰਦੇ ਨੇ। ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਹੋਣਾ, ਅਸਥਿਰ ਹੋਣਾ, ਟਿਕ ਜਾਣਾ, ਇਹ ਬੜੀ ਵੱਡੀ ਬਖਸ਼ਿਸ਼ ਹੈ। ਬੜੀ ਵੱਡੀ ਪਰੇਸ਼ਾਨੀ ਹੈ ਕਿ ਅੱਜ ਜ਼ਿੰਦਗੀ ਵਿੱਚ ਟਿਕਾ ਹੀ ਨਹੀਂ। ਖਿਮਾ ਕਰ ਦੇਣਾ ਜੀ, ਬੜਾ ਕੁਝ ਬੋਲਿਆ ਜਾ ਸਕਦਾ ਹੈ, ਟਿਕਾ ਕਿੱਥੇ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਸਹਿਸ ਕਟੇ ਲੱਖ ਕੋ ਉਠਤਾਵੈ। ਇਹ ਸਾਡਾ ਰੋਜ਼ ਦਾ ਕੰਮ ਹੈ। ਸਹਿਸ ਕਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਸੋ ਇਹ ਮਨੁੱਖੀ ਸੁਭਾਅ ਹੈ ਕਿ ਜੋ ਪ੍ਰਾਪਤ ਹੋ ਗਿਆ ਹੈ, 10 ਵਸਤੂ ਲੈ ਪਾਛੇ ਪਾਵੈ। ਉਹਨਾਂ ਨੂੰ ਪਿੱਛੇ ਉਹ ਕਹਿੰਦਾ ਕਿ ਹੁਣ ਹੋ ਗਈ ਹੈ ਇਹ ਚੀਜ਼, ਪਰ ਏਕ ਵਸਤ ਕਾਰਨ ਵਿਖੋਟ ਗਵਾਵੇ। ਏਕ ਭੀ ਨਾ ਦੇ 10 ਭੀ ਹਿਰ ਲੈ। ਤੁਸੀਂ ਰੋਜ਼ ਸੁਣਦੇ ਹੋ, ਬਾਣੀ ਪੜ੍ਹਨ ਵਾਲੇ ਹੋ। ਇਸ ਕਰਕੇ ਥਿਰ ਹੋ ਜਾਣਾ, ਟਿਕ ਜਾਣਾ, ਟਿਕਾ ਵਿੱਚ ਆ ਜਾਣਾ, ਇਹ ਵੀ ਉਹਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋ ਸਕਦਾ। ਜਦੋਂ ਥਿਰ ਹੋਵਾਂਗੇ ਫਿਰ ਉਸ ਸਾਜਨ ਨੂੰ ਸੱਦ ਮਾਰ ਕੇ, ਉਹਨੂੰ ਸੱਦਾ ਦੇ ਕੇ, ਬੁਲਾ ਕੇ, ਘਰ ਆਪਣੜਾ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ। ਮੇਰੇ ਮਨ ਵਿੱਚ ਚਾਹ ਹੈ, ਉਤਸ਼ਾਹ ਹੈ ਕਿ ਮੈਨੂੰ ਤੇਰੇ ਦੀਦਾਰ ਹੋ ਜਾਣ। ਸੋ ਸਾਧ ਸੰਗਤ ਜੀ, ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਸ ਬਾਬਤ ਸਾਹਿਬ ਜੀ ਕਹਿੰਦੇ ਨੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਜਿਵੇਂ ਜਿਵੇਂ ਇਸ ਸਾਗਰ ਵਿੱਚ, ਡੂੰਘਾਈ ਵਿੱਚ ਮਨੁੱਖ ਉਤਰਦਾ ਜਾਏਗਾ, ਜ਼ਿੰਦਗੀ ਕਦਮ ਦਰ ਕਦਮ, ਸਾਹ ਦਰ ਸਾਹ, ਦਿਨ ਬਾ ਦਿਨ ਬਦਲਦੀ ਹੈ। ਮਨੁੱਖ ਦੀ ਸਥਿਰਤਾ, ਮਨੁੱਖ ਦਾ ਮਨ ਟਿਕਾ ਵਿੱਚ ਜ਼ਰੂਰ ਆ ਜਾਣਾ ਚਾਹੀਦਾ ਹੈ। ਹੌਲੀ 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 ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਵਨ ਚਰਨਾਂ ਦੇ ਨਾਲ ਟਿਕ ਜਾਣਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਜੀ, ਜਿੰਨੀ ਦੇਰ ਤੱਕ ਟਿਕਾ ਨਹੀਂ, ਉਨੀ ਦੇਰ ਤੱਕ ਸਮਝ ਨਹੀਂ ਆਣੀ ਕਿ ਕਿੱਥੇ ਤੇ ਕਿਵੇਂ ਬਾਤ ਬੰਨੀ ਹੈ।
ਸੋ ਸਤਿਗੁਰੂ ਮਿਹਰ ਕਰਨ। ਆਪ ਸਾਰੀਆਂ ਸੰਗਤਾਂ ਦਾ ਬਹੁਤ 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 ਧੰਨਵਾਦ ਹੈ। ਸਾਰੇ ਨੌਜਵਾਨ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋ। ਮੈਂ ਅੱਜ ਕਿਸੇ ਦਾ ਵੀ ਨਾਂ ਨਹੀਂ ਲੈਣਾ ਕਿਉਂਕਿ ਬੜੀ ਲੰਮੀ ਲਿਸਟ ਹੈ। ਸਾਰਿਆਂ ਦੇ ਚਰਨਾਂ ਵਿੱਚ ਹੀ ਮੇਰੀ ਨਮਸਕਾਰ ਹੈ ਕਿ ਤੁਸੀਂ ਉਹ ਮਾਣ ਬਖਸ਼ਦੇ ਹੋ। ਸਾਡੇ ਵੀ ਫਿਰ ਉਹ ਜਿਵੇਂ ਪੰਜਾਬੀ ਵਿੱਚ ਕਹਿੰਦੇ ਨਾ, ਸਾਡੇ ਵਾਸਤੇ ਬੜਾ ਸਵਾਲ ਖੜਾ ਹੋ ਜਾਂਦਾ ਵੀ ਤੁਹਾਨੂੰ ਅਸੀਂ ਕਿਵੇਂ ਤੁਹਾਡੀ ਖੁਸ਼ੀ ਲੈ ਸਕਦੇ ਹਾਂ। ਸੋ ਤੁਸੀਂ ਪਿਆਰ ਦਿੰਦੇ ਹੋ। ਗੋਲਡੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ, ਜਿਹੜੇ ਬੜੀ ਇਹ ਜਾਣ ਵਾਲਾ ਸਾਜ਼ ਹੈ। ਤਬਲਾ ਬਹੁਤ ਜਾਣ ਮੰਗਦਾ ਹੈ। ਹਰ ਇੱਕ ਚੀਜ਼ ਹੀ ਵੈਸੇ ਤੇ ਇਕਾਗਰਤਾ ਮੰਗਦੀ ਹੈ। ਰਿਆਜ਼ ਗਾਣਾ ਜਿਹੜਾ ਹੈ, ਇੰਸਟਰੂਮੈਂਟ ਹੀ ਤੁਸੀਂ ਕਿਉਂ ਨਾ ਵਜਾਣਾ ਹੋਵੇ, ਉਹਦੇ ਵਾਸਤੇ ਵੀ ਮਨ ਟਿਕਾ ਵਿੱਚ ਤੇ ਤੁਹਾਡੀ ਸੋਚ ਉਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਜਿੱਥੇ ਤੁਸੀਂ ਕਿਸੇ ਨੂੰ ਤ੍ਰਿਪਤ। ਅੱਜ ਅਸੀਂ ਬੈਠਿਆਂ ਵੀ ਗੱਲ ਕਰ ਰਹੇ ਸਾਂ ਕਿ ਮੇਰੇ ਮਨ ਦੀ ਸੋਚ ਜੋ ਮੇਰੇ ਮਨ ਵਿੱਚ ਉਪਜ ਰਿਹਾ ਹੈ, ਉਹ ਕਿਸੇ ਨੂੰ ਕਿਵੇਂ ਚੈਨ ਦੇ ਸਕਦੀ ਹੈ। ਜੋ ਮੇਰੇ ਮਨ ਵਿੱਚ ਆ ਰਿਹਾ ਹੈ, ਜੋ ਆਮਦ ਸੰਗੀਤ ਦੀ, ਬਾਣੀ ਦੀ, ਸ਼ਬਦ ਦੀ, ਜਾਂ ਕਿਸੇ ਰਾਗ ਦੀ, ਕਿਸੇ ਸੁਰ ਦੀ, ਸੁਰ ਕੰਬੀਨੇਸ਼ਨ ਦੀ ਕੋਈ ਆਮਦ ਮੇਰੇ ਜਿਹੜੀ ਦਿਮਾਗ ਵਿੱਚ ਆ ਰਹੀ ਹੈ, ਉਹ ਕਿਸੇ ਨੂੰ ਕਿਵੇਂ ਤਸੱਲੀ ਦੇ ਸਕਦੀ ਹੈ। ਉਹ ਗੁਰੂ ਦੀ ਰਹਿਮਤ ਤੋਂ ਬਗੈਰ ਨਹੀਂ ਹੋ ਸਕਦਾ। ਸਾਧ ਸੰਗਤ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋ ਸਕਦਾ। ਮੈਂ ਹਰਵਿੰਦਰ ਸਿੰਘ ਦਾ ਵੀ ਧੰਨਵਾਦ ਕਰਦਾ। ਅੱਜ ਮੇਰਾ ਥੋੜਾ ਜਿਹਾ ਗਲਾ ਜਾਗਣ ਕਰਕੇ ਖਰਾਬ ਹੈ, ਥੋੜਾ ਜਿਹਾ। ਦੂਸਰਾ, ਸਾਨੂੰ ਸਭ ਤੋਂ ਵੱਡੀ ਮਾਰ ਪੈ ਜਾਂਦੀ ਹੈ ਸਾਊਂਡ ਸਿਸਟਮ ਦੀ। ਸਾਊਂਡ ਸਿਸਟਮ ਜਦੋਂ ਆਪਣੇ ਅਨੁਕੂਲ ਨਾ ਹੋਵੇ, ਬੈਲੈਂਸਿੰਗ ਨਾ ਹੋਵੇ, ਉਹਦੇ ਤਰੀਕੇ ਦੇ ਨਾਲ ਉਹ ਚੀਜ਼ ਨਾ ਹੋਵੇ, ਤੇ ਉਹ ਇਸ ਸਾਰੇ ਮਾਹੌਲ ਨੂੰ, ਬਿਖਰੇ ਹੋਏ ਮਾਹੌਲ ਨੂੰ ਕੰਟਰੋਲ ਵਿੱਚ ਲੈ ਕੇ ਆਉਣਾ ਬਹੁਤ ਮੁਸ਼ਕਿਲ ਕੰਮ ਹੈ, ਬਹੁਤ ਮੁਸ਼ਕਿਲ ਕੰਮ ਹੈ। ਸੋ ਖੈਰ, ਆਪ ਜੀ ਨੇ ਪਿਆਰ ਬਖਸ਼ਿਆ, ਅਸੀਸ ਬਖਸ਼ੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇੱਕ ਸ਼ਬਦ ਮੈਂ ਆਪਣੀ ਮਰਜ਼ੀ ਨਾਲ 3-4 ਮਿੰਟ ਦਾ ਹੋਰ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਾਂਗਾ। ਸ਼ਬਦ ਬੜਾ ਪਿਆਰਾ ਹੈ। ਮੇਰਾ ਬੜਾ ਮਨ ਖੁਸ਼ ਹੋਇਆ ਇਸ ਗੁਰਦੁਆਰਾ ਸਾਹਿਬ ਜੀ ਵਿੱਚ ਆ ਕੇ। ਬੜੇ ਪਿਆਰ ਵਾਲੇ, ਤਿਆਰ ਬਰ ਤਿਆਰ ਬਾਣੀ ਦੇ ਧਾਰਨੀ ਸਿੰਘਾਂ ਦੇ ਜਦੋਂ ਦਰਸ਼ਨ ਹੋਏ ਤੇ ਮੇਰੇ ਮਨ ਵਿੱਚ ਇਹ ਸ਼ਬਦ ਆਇਆ ਵੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਹੇ ਸਾਹਿਬ, ਤੇਰੇ ਨਾਲ ਜੁੜੇ ਹੋਇਆਂ ਨੂੰ ਵੇਖ ਕੇ ਤੇਰਾ ਚੇਤਾ ਆਉਂਦਾ ਹੈ। ਤੇ ਇਹ ਗੁਰਦੁਆਰਾ ਸਾਹਿਬ, ਇਹ ਜਿਹੜੇ ਸਥਾਨ ਬਣਦੇ ਹਨ, ਇਹ ਇਸੇ ਕਰਕੇ ਬਣਦੇ ਹਨ ਕਿ ਇੱਥੇ ਉਹ ਐਟਮੋਸਫੇਅਰ ਹੋਵੇ, ਇੱਥੇ ਉਹ ਮਾਹੌਲ ਹੋਵੇ ਜਿੱਥੇ ਸਾਡਾ ਮਨ ਟਿਕਾ ਵਿੱਚ ਆ ਜਾਏ। ਆਓ ਜੀ, ਸਾਰੇ ਪਿਆਰ ਨਾਲ ਇਹ ਪਵਿੱਤਰ ਸ਼ਬਦ ਪੜ੍ਹੀਏ, ਉਪਰੰਤ ਕੀਰਤਨ ਦੀ ਸਮਾਪਤੀ ਕਰੀਏ। ਮਨ ਕੀ ਕੱਟੀ ਹੈ ਮੈਲ, ਸਾਧ ਸੰਗ ਉਠਿਆ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਮਨ ਦੀ ਮੈਲ ਕੱਟੀ ਜਾ ਸਕਦੀ ਹੈ। ਮਨ ਕੀ ਕੱਟੀ ਹੈ ਮੈਲ, ਸਾਧ ਸੰਗ ਉਠਿਆ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਮੈਨੂੰ ਸਾਧ ਸੰਗਤ ਜੀ, ਅੱਜ ਹੋਰ ਵੀ ਖੁਸ਼ੀ ਹੈ ਕਿ ਮੇਰੇ ਦੋਵੇਂ ਵੀਰ, ਇਹ ਗਗਨਦੀਪ ਸਿੰਘ ਤੇ ਭਾਈ ਕੁਲਦੀਪ ਸਿੰਘ, ਮੇਰੀ ਮਾਸੀ ਜੀ ਦੇ ਬੇਟੇ ਹਨ। ਅਸੀਂ ਕਜ਼ਨ ਹਾਂ ਔਰ ਇਹਨਾਂ ਨੇ ਬੜੀ ਦੂਰੋਂ ਚੱਲ ਕੇ ਆਏ ਨੇ। ਮੈਂ ਭਾਜੀ ਦਾ ਨਾਮ ਭੁੱਲ ਗਿਆ, ਉਹਨਾਂ ਦਾ ਕੀ ਨਾਮ ਹੈ? ਭਾਈ ਉਪਕਾਰ ਸਿੰਘ ਜੀ ਇਹਨਾਂ ਨੂੰ ਲੈ ਕੇ ਆਏ ਨੇ ਔਰ ਮੈਨੂੰ ਖੁਸ਼ੀ ਹੈ ਕਿ ਸਾਰੇ ਸੁਰੀਲੇ ਵੀਰ ਹੋ ਤੁਸੀਂ। ਮੈਂ ਕਿਹਦਾ ਨਾਂ ਲਵਾਂ, ਮੇਰੇ ਵਾਸਤੇ ਬੜੀ ਮੁਸ਼ਕਿਲ ਹੈ, ਮੈਨੂੰ ਮਾਫ ਕਰ ਦੇਣਾ ਜੀ। ਸਾਰਿਆਂ ਦਾ ਹੀ ਮੈਂ ਮਸ਼ਕੂਰ ਹਾਂ, ਧੰਨਵਾਦੀ ਹਾਂ। ਇਹ ਮੇਰੇ ਵੀਰ ਨੇ, ਬੜਾ ਸੁਰੀਲਾ ਕੀਰਤਨ ਕਰਦੇ ਨੇ। ਹੁਣ ਇੱਥੇ ਇਹਨਾਂ ਨੇ ਮੇਰੇ ਕੋਲੋਂ, ਮੈਂ ਕਹਿ ਸਕਦਾ ਮਾਣ ਨਾਲ ਕਿ ਹਾਂ, ਮੇਰੇ ਕੋਲ ਰਹੇ ਨੇ। ਮੈਂ ਸਿਖਾਉਣ ਵਾਲਾ ਤੇ ਨਹੀਂ, ਪਰ ਹਾਂ ਮੇਰੇ ਨਾਲ ਰਹੇ ਨੇ। ਸ਼ਾਇਦ ਸਾਨੂੰ ਵੇਖ ਕੇ ਥੋੜਾ ਇਹਨਾਂ ਨੂੰ ਉਤਸ਼ਾਹ ਆਇਆ ਹੈ। ਸੋ ਸਾਰਿਆਂ ਦਾ ਧੰਨਵਾਦ ਜੀ, ਖਾਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦੇ ਬੜੇ ਪਿਆਰੇ ਸੁਚੱਜੇ ਪ੍ਰਬੰਧਕਾਂ ਦਾ। ਕੱਲ ਵੀ ਜਿੱਥੇ ਅਸੀਂ ਗਏ ਸੀ ਬਾਬਾ ਜੀ ਦੇ ਸਥਾਨ ਤੇ, ਬਹੁਤ ਬਹੁਤ ਮਨ ਟਿਕਿਆ ਉੱਥੇ, ਬੜਾ ਆਨੰਦ ਬਣਿਆ ਕੀਰਤਨ ਦਾ। ਅੱਜ ਕਾਫੀ ਸਾਰੇ ਵੀਰਾਂ ਦੇ ਮੈਸੇजेस ਆਉਂਦੇ ਰਹੇ ਫੇਸਬੁੱਕ ਤੇ ਕਿ ਭਾਈ ਸਾਹਿਬ ਬੜਾ ਆਨੰਦ ਬਣਿਆ। ਅਸਲ ਵਿੱਚ ਸਾਧ ਸੰਗਤ ਜੀ, ਇੱਕ ਬੁੱਤ ਕੋਈ ਆਨੰਦ ਨਹੀਂ ਬਣਾ ਸਕਦਾ, ਸਿਰਫ ਗੁਰੂ ਜਦੋਂ ਵਰਤਦਾ ਉਦੋਂ ਆਨੰਦ ਬਣ ਜਾਂਦਾ ਹੈ, ਉਦੋਂ ਆਨੰਦ ਬਣ ਜਾਂਦਾ ਹੈ। ਮਤ ਕੋਈ ਇਹ ਸਮਝੇ ਮੇਰੇ ਵਰਗਾ ਕਿ ਬੜਾ ਵਧੀਆ ਮੈਂ ਵਾਜਾ ਵਜਾ ਕੇ ਕੀਰਤਨ ਕਰ ਸਕਦਾ। ਕੋਈ ਮਤ ਸਮਝੇ ਕਿ ਬਹੁਤ ਉੱਚੇ ਉੱਚੇ ਆਲਾਪ ਲਗਾ ਕੇ, ਤਬਲਾ ਵਜਾ ਕੇ ਇਹ ਆਨੰਦ ਬਣ ਜਾਂਦਾ। ਨਹੀਂ, ਆਨੰਦ ਬੜੀ ਦੂਰ ਦੀ ਗੱਲ ਹੈ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਸੋ ਗੁਰੂ ਦੀ ਬਖਸ਼ਿਸ਼ ਜਦੋਂ ਵਰਤਦੀ ਹੈ ਤਾਂ ਆਨੰਦ ਬਣਦਾ ਹੈ। ਸਤਿਗੁਰੂ ਰਹਿਮਤ ਕਰੇ, ਅੱਜ ਵੀ ਸਤਿਗੁਰੂ ਜੀ ਨੇ ਮਿਹਰ ਕੀਤੀ, ਕੋਸ਼ਿਸ਼ ਕੀਤੀ ਹੈ ਅਸੀਂ ਕਿ ਉਹ ਆਨੰਦ ਫਿਰ ਬਣ ਸਕੇ।
ਆਪ ਜੀ ਪਿਆਰ ਨਾਲ ਅਸੀਸ ਬਖਸ਼ੋ ਜੀ। ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਤੇਰਿਆ ਭਗਤਾ ਆਵੇ ਸਾਹਿਬ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਤੇਰਿਆ ਭਗਤਾ ਡਿਠਿਆ। ਜਿਨ੍ਹਾਂ ਦੇ ਸੰਗੜਿਆਂ ਦੁਰਮਤ ਵੰਝੈ, ਮਿੱਤਰ ਸਾਡੜੇ ਸਈ, ਢੂੰਢੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ। ਜਨਮ ਮਰਨ ਹੋ ਕੱਟਿਐ ਜਨ ਕਾ ਸ਼ਬਦ ਜਪ, ਪੰਥ ਵਿਖੋਲਣ ਸੰਤ ਦੂਤ ਸਭ ਜਾਹੇ ਛਪ, ਦੂਤ ਸਭ ਜਾਹੇ ਛਪ, ਦੂਤ ਸਭ ਜਾਹੇ ਛਪ। ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ। ਜਿਸ ਸੋ ਲਾਇਨ ਰੰਗ ਜਿਸ ਦੀ ਸਭ ਧਾਰਿਆ, ਰੰਗ ਜਿਸ ਦੀ ਸਭ ਧਾਰਿਆ, ਉੱਚੀ ਹੋਇ ਉੱਚਾ ਥਾਂ ਅਗਮ ਅਪਾਰਿਆ, ਉੱਚੀ ਹੋਇ ਉੱਚਾ ਥਾਂ ਅਗਮ ਅਪਾਰਿਆ, ਅਗਮ ਅਪਾਰਿਆ, ਅਗਮ ਅਪਾਰਿਆ। ਮਨ ਕੀ ਕਟਿਐ ਸਾਧ ਸੰਗ ਵਟਿਆ, ਮਨ ਕੀ ਕਟਿਐ ਮੈਂ ਸਾਧ ਸੰਗ ਵਟਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਡਿਠਿਆ, ਆਵੇ ਸਾਹਿਬ ਚਿਤ ਤੇਰਿਆ ਭਗਤਾ ਰੈਨ ਦਿਨਸ ਕਰ ਜੋ, ਸਾਸ ਸਾਸ ਧਿਆਈਐ, ਸਾਸ 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 ਸਾਸ
ਸਾਥ ਤੇ ਆਇਆ ਸਾਸ ਸਾਸ ਤੇ ਆਈਐ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਰਹਿਣਾ ਇਸ ਕਰ ਦੋ ਸਾਸ ਸਾਸ ਤੇ ਆਈਏ ਜਾਇਆ ਤੇ ਹੋਏ ਦਇਆਲ ਦਾ ਭਗਤ ਸੰਗ ਪਾਈਏ ਭਗਤ ਸੰਗ ਪਾਈਐ ਤਾਂ ਭਗਤ ਸੰਗ ਪਾਈਐ ਮਨ ਕੀ ਕੱਟੀਏ ਮੈਂ ਸਾਧ ਸੰਗ ਮੁਟਿਆ ਮਨ ਕੀ ਕੱਟੀਏ ਸਾਧ ਸੰਗ ਮੁਟਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤਿਆ ਆਵੇ ਸਾਹਿਬ ਚਿੱਤ ਤੇਰਿਆ ਭਗਤਾਂ ਡਿਟਿਆ ਕਰੋ ਕਿਰਪਾ ਆਵੇ ਸਾਹਿਬ ਚਿੱਤ ਆਵੇ ਸਾਹਿਬ ਚਿੱਤ ਮਨ ਕੀ ਕੱਟੀਏ ਮੈਂ ਸਾਧ ਸੰਗ ਮੁਟਿਆ ਮਨ ਕੀ ਕੱਟੀਏ ਸਾਧ ਸੰਗ ਮੁਟਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤਿਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤਿਆ ਆਵੇ ਸਾਹਿਬ ਚਿੱਤ ਤੇਰਿਆਂ ਆਵੇ ਸਾਹਿਬ ਚਿਤ ਤੇਰਿਆ ਭਗਤਾ ਟਿਠਿਆ ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਇੱਕ ਵਾਰ ਫਿਰ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਧੰਨਵਾਦ ਹੈ, ਜਿਸ ਦਾਤੇ ਦੇ ਬਖਸ਼ੇ ਹੋਏ ਉਦਮ ਬਲ ਸਦਕਾ ਆਪ ਜੀ ਦੇ ਚਰਨ ਪਰ ਸਕੇ ਹਾਂ ਜੀ। ਬੱਚਾ ਅਮਨ ਅੰਮ੍ਰਿਤਪਾਲ ਬੜਾ ਸੁਰੀਲਾ ਬੱਚਾ ਹੈ ਔਰ ਮੇਰੇ ਪਿਆਰੇ ਵੀਰ ਭਾਈ ਸਾਹਿਬ ਜੀ ਦਾ ਇਹ ਬੇਟਾ ਹੈ। ਇਹਨੂੰ ਅਸੀਸ ਬਖਸ਼ੋ ਕਿ ਸਤਿਗੁਰੂ ਇਹਨੂੰ ਰਿਆਜ਼ ਦੀ ਦਾਤ ਬਖਸ਼ਣ। ਸੁਰੀਲਾ ਇਹ ਹੈ, ਰਿਆਜ਼ ਕਰੇਗਾ ਇਹਨੇ ਹੋਰ ਸੁਰੀਲਾ ਹੋ ਜਾਣਾ ਹੈ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਬੱਚੇ ਜੁੜ ਸਕਣ। ਨਾਲ ਹੀ ਸਾਧ ਸੰਗਤ ਜੀ ਇੱਕ ਅਨਾਉਂਸਮੈਂਟ ਹੈ, ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਭਾਜੀ ਹੁਣਾਂ ਨੇ, ਭਾਈ ਗੁਰਦੇਵ ਸਿੰਘ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਇੱਥੇ 28 29 26 27 28 29 30 31 ਪਹਿਲੀ ਅੱਗੇ ਤੁਹਾਡਾ ਇੰਟਰਸਟ ਹੈ ਕਿ ਜਿੰਨੇ ਦਿਨ ਵੀ ਤੁਸੀਂ ਚਾਹੋਗੇ। ਇੱਥੇ ਬੜੇ ਸਤਿਕਾਰਤ ਹਸਤੀਆਂ ਪੰਥ ਦੀਆਂ ਜਿਨ੍ਹਾਂ ਨੇ ਸੰਗੀਤ ਦੀ ਸਾਰੀ ਉਮਰ ਸੇਵਾ ਕੀਤੀ ਹੈ। ਪ੍ਰੋਫੈਸਰ ਰਣਜੀਤ ਸਿੰਘ ਸਾਹਿਬ ਜੀ ਉਹ ਆ ਰਹੇ ਹਨ। ਭਾਈ ਸ਼੍ਰੀਪਾਲ ਸਿੰਘ ਜੀ ਜਿਹੜੇ ਕਿ ਤੰਤੀ ਸਾਜ਼ਾਂ ਦੇ ਮਾਹਰ ਹਨ ਔਰ ਬੜੇ ਸੁਰੀਲੇ, ਬੜੀ ਉਹਨਾਂ ਦੀ ਰੂਹ ਵੀ ਬੜੀ ਸੁਰੀਲੀ ਹੈ, ਇਨਸਾਨ ਵੀ ਬੜੇ ਅੱਛੇ ਹਨ। ਉਹ ਆਪ ਜੀ ਦੇ ਬੱਚਿਆਂ ਨੂੰ ਖਾਸ ਕਰਕੇ ਸਾਡਾ ਵੀ ਹੁਣ ਉੱਥੇ ਸਾਧ ਸੰਗਤ ਜੀ ਸੇਵਾ ਕਰਦੇ ਹਾਂ ਅਸੀਂ। ਅਸਲ ਗੱਲ ਇਹ ਹੈ ਕਿ ਸਰੋਤ ਪੈਦਾ ਕਰਨੀ ਅੱਜ ਬੜਾ ਜ਼ਰੂਰੀ ਹੋ ਚੁੱਕਾ ਹੈ। ਸੰਗੀਤ ਦੀ ਸਰੋਤ ਪੈਦਾ ਕਰਨੀ ਸਾਨੂੰ, ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਤੁਹਾਡੇ ਕੋਲੋਂ ਇੱਕ ਬੇਨਤੀ ਕਰਨ ਲੱਗਾ। ਸੰਗਤ ਵਿੱਚ ਜੇ 100 ਸਰੀਰ ਬੈਠੇ ਹੁੰਦੇ ਨੇ ਨਾ, ਤੇ ਮੈਂ ਤੁਹਾਡੀ ਨਹੀਂ ਗੱਲ ਕਰਦਾ ਪਿਆ, ਜਿਸ ਤਰ੍ਹਾਂ ਆਮ ਗੁਰੂ ਘਰਾਂ ਵਿੱਚ ਕੀਰਤਨ ਹੁੰਦਾ 100 ਸਰੀਰ ਬੈਠੇ ਹੁੰਦੇ ਨੇ, ਮਸਾਂ 5 ਜਾਂ 7 ਸਰੀਰ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸੰਗੀਤ ਦੀ ਸਮਝ ਹੁੰਦੀ ਹੈ ਤੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਕੀ ਗਾ ਰਹੇ ਨੇ। ਨਹੀਂ ਤੇ ਮਾਫ ਕਰਨਾ, ਅਸੀਂ ਸਿਰਫ ਉਸ ਉਤਲੇ ਲੈਵਲ ਤੱਕ ਹੀ ਰਹਿ ਜਾਂਦੇ ਹਾਂ ਕਿ ਉੱਥੇ ਤੱਕ ਬਾਣੀ ਸੁਣ ਕੇ ਅਸੀਂ ਆ ਜਾਂਦੇ। ਮਾੜੀ ਗੱਲ ਨਹੀਂ, ਬਾਣੀ ਸੁਣਨੀ ਤੇ ਲਾਹੇਵੰਦ ਹੀ ਹੈ, ਪਰ ਜਦੋਂ ਸਮਝ ਨਾਲ, ਸੋਚ ਨਾਲ, ਧਿਆਨ ਨਾਲ
ਉਹਨੂੰ ਸੁਣੀ ਜਾਏ। ਭਾਈ ਸਾਹਿਬ ਜੀ ਸਾਡੇ ਆਉਣ ਤੋਂ ਪਹਿਲਾਂ ਕਥਾ ਕਰ ਰਹੇ ਸਨ, ਇੰਨਾ ਮਨ ਖੁਸ਼ ਹੋਇਆ ਕਿ ਇਹ ਸਾਡੀ ਮਰਿਆਦਾ ਹੈ ਔਰ ਇਹ ਸਿਰਫ ਗੁਰਦੁਆਰਿਆਂ ਵਿੱਚ ਹਜ਼ੂਰੀ ਕੀਰਤਨੀ ਹੈ ਜਾਂ ਹਜ਼ੂਰੀ ਕਥਾਵਾਚਕ ਰੱਖ ਕੇ ਸਾਡੀ ਡਿਊਟੀ ਨਹੀਂ ਨਿਬੜ ਜਾਂਦੀ। ਉਹਨਾਂ ਨੂੰ ਸੁਣਨਾ, ਉਹਨਾਂ ਨੂੰ ਸਮਝਣਾ ਵੀ ਸਾਡਾ ਫਰਜ਼ ਹੈ ਸਾਧ ਸੰਗਤ ਜੀ। ਸੋ ਭਾਈ ਸਾਹਿਬ ਜੀ ਇਹਨਾਂ ਨੇ ਬੜਾ ਉਦਮ ਕੀਤਾ ਹੈ, ਵੀਰਾਂ ਨੇ, ਕਿ ਆਪ ਜੀ ਦੇ ਬੱਚਿਆਂ ਨੂੰ ਸੰਗੀਤ ਦੇ ਨਾਲ ਜੋੜਨ ਵਾਸਤੇ ਉਦਮ ਕੀਤਾ ਹੈ। ਵਰਕਸ਼ਾਪ ਜੋ ਹੋ ਰਹੀ ਹੈ 26, 27, 28, 29, 30 ਪਹਿਲੀ ਤੱਕ ਇਹਨਾਂ ਨੇ ਜੋ ਡੇਟਾਂ ਨਿਯਤ ਕੀਤੀਆਂ ਹਨ। ਆਪ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਰਪੂਰ ਲਾਹੇ ਲਵੋ ਜੀ, ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿਓ ਤੇ ਇਹ ਜਿਹੜਾ ਇਹਨਾਂ ਦਾ ਉਦਮ ਹੈ ਉਹ ਸਾਰਥਕ ਹੋ ਸਕੇ। ਆਓ ਸਾਰੇ ਮਿਲ ਕੇ ਆਨੰਦ ਸਾਹਿਬ ਜੀ ਦਾ ਕੀਰਤਨ ਕਰੀਏ ਜੀ, ਕੀਰਤਨ ਦੀ ਸਮਾਧੀ ਕਰੀਏ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਪਾਇਆ ਸਹਿਬ ਸਿੱਧੀ ਮਨ ਵਜੀਆਂ ਵਾਰਾਂ। ਰਾਮ ਤੁਮ ਪਰਵਾਰ ਪਰਿਆ ਸ਼ਬਦ ਗਾਵੇ, ਸਤਿਗੁਰ ਪਾਵੋ ਹਰਿ ਤੇਰਾ ਮਨ ਦੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰੇ ਤੂੰ ਸਦਾ ਰਹੋ ਹਰ ਨਾਮ, ਹਰ ਨਾਮ ਰਹੋ ਤੂੰ ਨੰਦ ਮੇਰੇ ਦੂਤ ਸਭ ਸਾਰਣਾ। ਕਾਰੋ ਕਰ ਤੇਰਾ ਕਾਜ ਸਭ ਸਵਾਰਨਾ। ਸਬਦਾਂ ਦਾ ਸੁਰਤ ਸੁਆਮੀ ਸੋ ਕਿਉ ਮਨੋ ਵਿਸਾਰੇ। ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਤੇਰੇ ਸਭ ਕੁਛ ਹੈ ਜਿਸਕੇ ਹੀ ਸੋ ਪਾਵੇ। ਸਦਾ ਸਿਧ ਸਲਾਹ ਤੇਰੀ ਨਾਮ ਮਨ ਵਸਾਵੇ। ਮਨੋ ਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸੱਚਾ ਨਾਮ ਮੇਰਾ ਆਧਾਰ। ਸਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਇਆ। ਹਰ ਸ਼ਾਨ ਸੁਖ ਮਨਿਆਨ ਸੇ ਅਜ ਇੱਛਾ ਸਭ ਸਦਾ ਪੁਜਾਈਆਂ। ਕੁਰਬਾਨ ਪਿਤਾ ਗੁਰੂ ਮਿੱਤੋ ਜਿਸਦੀ ਹੋਈ ਵਡਿਆਈਆਂ। ਕਹਿ ਨਾਨਕ ਸੁਨੋ ਸੰਤੋ ਸ਼ਬਦ ਕਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤੁਧ ਘਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ ਕਲਾ ਤੁਧ ਕਲ ਭਾਇਆ। ਪੰਜ ਭੂਤ ਵਸ ਕੀਤੇ ਕਾਲ ਕੰਟਕ ਮਾਰਿਆ। ਪਾਇਆ ਤੁ ਦਿਲ ਕੋ ਸੇ ਨਾਮ ਹਰ ਪਿਆ। ਕਹਿ ਨਾਨਕ ਤੈ ਸੁਖੋ ਵਜ ਧਰਮ ਦੁਆਰ। ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤੇ ਸੁਣੀ ਸਭੀ ਬਾਣੀ। ਸੰਤ ਸਾਧਨ ਭਏ ਸਸੇ ਪੂਰੀ ਮੁਕਤੇ ਜਾਣੇ। ਸੁਣਤੇ ਪੁਨੀ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਪੂਰੇ। ਸ਼ਲੋਕ ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦੂਸਰਾ ਤੇ ਦਾਈ ਦਾਇਆ ਖਿਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ